ਤੁਸੀਂ ਦੇਖ ਰਹੇ ਹੋ ਇਸ ਵੇਲੇ ਕੰਛੀ ਟੀਵੀ ਤੇ ਮੈਂ ਤੁਹਾਡਾ ਆਪਣਾ ਨਿਰਮਲ ਗੁੜਾ ਪਹਿਲਾਂ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦਾ ਸਾਡਾ ਵਿਸ਼ਾ ਹੋਏਗਾ ਕਿ ਬੇਗਮਪੁਰਾ ਜੋ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਸੰਕਲਪ ਸੀ, ਫਲਸਫਾ ਸੀ, ਉਹ ਹੈ ਕੀ ਸੀ, ਉਹਦੇ ਤੇ ਚਰਚਾ ਕਰਾਂਗੇ। ਮਨੁੱਖ ਨੂੰ ਕਿਵੇਂ ਜਿਉਣਾ ਚਾਹੀਦਾ ਹੈ, ਕਿਹੜੇ-ਕਿਹੜੇ ਸਿਧਾਂਤ ਹੈਗੇ ਨੇ, ਚਰਚਾ ਕਰਾਂਗੇ। ਚਰਚਾ ਕਰਨ ਦੇ ਲਈ ਮੇਰੇ ਕੋਲ ਅੱਜ ਮੌਜੂਦ ਨੇ ਸਾਡੇ ਮਹਾਨ ਲੇਖਕ ਤੇ ਐਡਵੋਕੇਟ SL ਵਿਰਦੀ ਸਾਹਿਬ। ਵਿਰਦੀ ਸਾਹਿਬ, ਜੈ ਭੀਮ ਜੀ। ਜੈ ਭੀਮ। ਵਿਰਦੀ ਸਾਹਿਬ, ਜਿਹੜਾ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਬੇਗਮਪੁਰੇ ਦਾ ਫਲਸਫਾ ਹੈ, ਹਾਂਜੀ, ਅਸਲ ਦੇ ਵਿੱਚ ਹੁਣ ਤੱਕ ਸਾਡੇ ਧਾਰਮਿਕ ਆਗੂ ਸਹਿਬਾਨਾਂ ਨੇ ਸੰਗਤ ਨੂੰ, ਲੋਕਾਂ ਨੂੰ ਦੱਸਿਆ ਹੀ ਨਹੀਂ, ਜਾਂ ਉਹਨਾਂ ਨੂੰ ਆਪ ਕਿੰਨਾ ਕੁ ਪਤਾ ਸੀ, ਕਿੰਨਾ ਕੁ ਸੰਗਤ ਤੱਕ ਦੱਸਿਆ, ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ। ਹਾਂਜੀ। ਉਹ ਬੇਗਮਪੁਰੇ ਦਾ ਫਲਸਫਾ ਅਸਲ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਹੈ ਕੀ ਸੀ, ਉਹ ਜਾਣਕਾਰੀ ਦਿਓ। ਨਿਰਮਲ ਗੁੜਾ ਜੀ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈਗਾ, ਕਿਉਂਕਿ ਅੱਜ ਇਹ ਸਮੇਂ ਦੀ ਲੋੜ ਹੈ ਜੀ। ਗੁਰੂ ਰਵਿਦਾਸ ਜੀ ਦੇ ਹੁਣ ਪੈਰੋਕਾਰ, ਉਹਨਾਂ ਦੇ ਨਾਂ 'ਤੇ ਸਮਾਜਿਕ ਧਾਰਮਿਕ ਸੰਸਥਾਵਾਂ ਬਹੁਤ ਬਣ ਗਈਆਂ ਹੈਗੀਆਂ। ਜੀ ਜੀ ਜੀ। ਔਰ ਨੌਜਵਾਨ ਜਿਹੜੇ ਆ ਇਸ ਗੱਲ ਦੇ ਲਈ ਤਤਪਰ ਵੀ ਹੈਗੇ ਆ। ਜੀ। ਤਤਪਰ ਨਹੀਂ, ਬੇਤਾਬ ਹੈਗੇ ਵੀ ਬੇਗਮਪੁਰਾ ਵਸ 'ਚ ਹੈ ਜੀ। ਤੇ ਪਰ ਸਾਡੇ ਕੁਛ ਗਾਇਕਾਂ ਨੇ, ਕੁਛ ਹੋਰ ਪ੍ਰਚਾਰਕਾਂ ਨੇ ਬੇਗਮਪੁਰੇ ਨੂੰ ਆਪਣੇ ਰੁਜ਼ਗਾਰ ਤੱਕ ਸੀਮਿਤ ਕਰ ਲਿਆ। ਗੁਰੂ ਰਵਿਦਾਸ ਜੀ ਦਾ ਜਿਹੜਾ ਬੇਗਮਪੁਰਾ ਹੈਗਾ, ਕਿਵੇਂ ਉਹ ਵਸਣਾ ਹੈਗਾ, ਇਹਨੂੰ ਲੋਕਾਂ ਤੱਕ, ਨੌਜਵਾਨਾਂ ਤੱਕ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ। ਜੀ। ਅਸੀਂ ਗੁੜਾ ਜੀ, ਇਹ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਉੱਤੇ ਇੱਕ ਅਸੀਂ ਇਹ ਬੁੱਕਲੇਟ ਤਿਆਰ ਕੀਤੀ ਹੈਗੀ ਜੀ। ਔਰ ਬੇਗਮਪੁਰਾ ਜਿਹੜਾ ਫਲਸਫਾ ਹੈਗਾ, ਇਹ ਇੱਕ ਸੁਖੀ ਜੀਵਨ ਜਿਉਣ ਦਾ ਮਾਰਗ ਹੈ। ਜੀ। ਜੇ ਮਨੁੱਖ ਜਿਹੜਾ ਹੈ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਨੂੰ ਸਮਝ ਲਵੇ ਤਾਂ ਉਹ ਮਨੁੱਖ ਐਸੇ ਹੀ ਸੰਸਾਰ ਵਿੱਚ, ਐਸੇ ਹੀ ਧਰਤੀ ਤੇ, ਅੱਛਾ ਜੀ, ਤੇ ਐਸੇ ਜੀਵਨ ਦੇ ਵਿੱਚ ਉਹ ਆਪਣੀਆਂ ਸਾਰੇ ਦੁੱਖਾਂ ਤੋਂ, ਆਪਣੀਆਂ ਸਾਰੀਆਂ ਸਮੱਸਿਆਵਾਂ ਤੋਂ ਨਿਜਾਤ ਪਾ ਸਕਦਾ ਹੈਗਾ। ਜੀ ਜੀ। ਮੁਕਤੀ ਪਾ ਸਕਦਾ ਹੈਗਾ ਜੀ। ਉਹਦੇ ਸਾਰੇ ਜਿਹੜੇ ਝੰਜਟ ਹੈ ਉਹ ਖਤਮ ਹੋ ਸਕਦੇ ਹੈਗੇ। ਤੇ ਇਹ ਗੁਰੂ ਮਹਾਰਾਜ ਨੇ ਨਿਰਵਾਣ ਦਾ ਜਿਹੜਾ ਸਾਨੂੰ ਫਲਸਫਾ ਦਿੱਤਾ ਹੈਗਾ, ਜੀ, ਇਹ ਆਪਣੇ ਬੇਗਮਪੁਰੇ ਦਾ ਫਲਸਫਾ ਦਿੱਤਾ ਹੈਗਾ ਆ, ਉਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਜੀ ਜੀ। ਤਦ ਹੀ ਜੋ ਗੁਰੂ ਰਵਿਦਾਸ ਜੀ, ਕਬੀਰ ਸਾਹਿਬ ਦਾ ਵੀ ਇਹੋ ਹੀ ਹੈ। ਜਦ ਉਹਨਾਂ ਨੂੰ ਵੀ ਪੁੱਛਿਆ ਗਿਆ ਵੀ ਤੁਸੀਂ ਇਹ ਜਿਹੜਾ ਇੰਨਾ ਲੋਕਾਂ ਨੂੰ ਇਕੱਠੇ ਕਰਕੇ ਸੰਘਰਸ਼ ਕਰ ਰਹੇ ਹੈਗੇ, ਵੀ ਤੁਹਾਡਾ ਮਕਸਦ ਕੀ ਹੈਗਾ, ਤਾਂ ਕਬੀਰ ਸਾਹਿਬ ਨੇ ਵੀ ਇਹੋ ਹੀ ਗੱਲ ਕਹੀ ਸੀ, ਬੇਗਮਪੁਰਾ ਦੇਸ਼ ਹਮਾਰਾ। ਉਹਨਾਂ ਦੇ ਵੀ ਬਾਣੀ 'ਚ ਬੇਗਮਪੁਰਾ ਦਾ ਸੰਕਲਪ ਹੈ। ਉਹ ਵੀ ਬੇਗਮਪੁਰਾ ਹੀ ਵਸਾਉਣਾ ਚਾਹੁੰਦੇ ਸੀਗੇ। ਜੀ। ਔਰ ਇੰਨਾ ਹੀ ਨਹੀਂ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਮਹਾਂਪੁਰਸ਼ਾਂ ਦੀ ਬਾਣੀ ਹੈ। ਜੀ। ਉਹ ਧਰਮ ਦੀ, ਸਮਾਜ ਦੀ, ਸੱਭਿਅਤਾ ਦੀ ਗੱਲ ਉਹਨਾਂ ਵਿੱਚ ਹੁੰਦੀ ਹੈਗੀ ਆ। ਮਨੁੱਖ ਨੂੰ ਅੰਧ ਵਿਸ਼ਵਾਸ ਚੋਂ ਕੱਢਣ ਦੀ ਗੱਲ ਹੁੰਦੀ ਹੈਗੀ ਹੈ। ਤੇ ਜਿਹੜਾ ਰਾਜਨੀਤਿਕ ਕੀ ਵਿਚਾਰਧਾਰਾ ਹੈਗੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਉਹ ਸਿਰਫ ਬੇਗਮਪੁਰਾ ਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੀ ਰਾਜਨੀਤਿਕ ਵਿਚਾਰਧਾਰਾ ਹੈਗੀ ਆ, ਉਹ ਬੇਗਮਪੁਰੇ ਦਾ ਹੀ ਸੰਕਲਪ ਹੈਗਾ ਆ। ਹੁਣ ਇਹ ਬੇਗਮਪੁਰਾ ਹੈ ਕੀ? ਜੀ, ਬੇਗਮਪੁਰਾ ਜਿਹੜਾ ਹੈ ਨਾ, ਬੇ ਪਲੱਸ ਗਮ ਪਲੱਸ ਪੁਰਾ। ਜੀ। ਹੁਣ ਮਨੁੱਖ ਜਿਹੜਾ ਆ
ਉਹ ਗਮ ਦੇ ਨਾਲ ਪਰੁੰਨਿਆ ਪਿਆ ਹੈਗਾ। ਹੂੰ ਦੁੱਖਾਂ ਦੇ ਨਾਲ ਜਿਹੜਾ ਮਨੁੱਖ ਆ ਉਹ ਪਰੁੰਨਿਆ ਪਿਆ ਹੈਗਾ। ਕਿਸੇ ਨੂੰ ਭੈਣ ਦਾ ਦੁੱਖ ਆ, ਕਿਸੇ ਨੂੰ ਭਾਈ ਦਾ ਦੁੱਖ ਆ, ਕਿਸੇ ਨੂੰ ਮਾਂ ਦਾ ਦੁੱਖ ਆ, ਕਿਸੇ ਨੂੰ ਪੁੱਤਾਂ ਦਾ ਦੁੱਖ ਆ, ਕਿਸੇ ਨੂੰ ਮਾਸੀ ਦਾ, ਕਿਸੇ ਨੂੰ ਭੂਆ ਦਾ। ਜਾਣੀ 200 ਪਰਿਵਾਰ ਤੱਕ ਇਹ ਕੁਨਬਾ ਚੱਲਦਾ ਹੈਗਾ ਔਰ ਉਹ 200 ਜਿਹੜੇ ਪਰਿਵਾਰ ਹੈ ਉਹ ਪਰੁੰਨੇ ਪਏ ਹੈਗੇ ਆ ਦੁੱਖ ਦੇ ਨਾਲ। ਤੇ ਉਹਨਾਂ ਨੂੰ ਬੇਗਮ, ਉਹਨਾਂ ਨੂੰ ਇਹਨਾਂ ਚੋਂ ਕਿਵੇਂ ਕੱਢਣਾ ਹੈ? ਦੁੱਖਾਂ ਦੇ ਵਿੱਚੋਂ ਮਨੁੱਖ ਨੂੰ ਕਿਵੇਂ ਕੱਢਣਾ ਹੈਗਾ ਜੀ। ਤੇ ਪੁਰਾ ਜਿਹੜਾ ਹੁੰਦਾ ਹੈਗਾ ਆ ਉਹਨੂੰ ਸ਼ਹਿਰ ਵੀ ਕਹਿੰਦੇ ਆ, ਪੁਰਾ ਪਿੰਡ ਵੀ ਆ, ਪੁਰਾ ਸ਼ਹਿਰ ਵੀ ਆ, ਪੁਰਾ ਦੇਸ਼ ਵੀ ਆ ਜੀ। ਇਸ ਲਈ ਇਹਨੂੰ ਪੁਰਾ ਸੰਸਾਰ ਵੀ ਆ ਜੀ। ਇਹਨੂੰ ਇਹ ਯੂਨੀਵਰਸਲ ਟਰੁੱਥ ਹੈਗੀ ਆ ਜੀ। ਇਹਨੂੰ ਜਿੱਥੇ ਮਰਜ਼ੀ ਲਾਗੂ ਕਰੋ। ਜਿੱਦਾਂ ਜਿਹੜਾ ਸੂਰਜ ਆ ਉਹ ਕਿਤੇ ਵੀ ਆ ਉਹਦੀ ਰੋਸ਼ਨੀ ਹਰ ਜਗ੍ਹਾ ਆਉਣੀ ਆ। ਜੀ ਜੀ। ਇਸੇ ਤਰ੍ਹਾਂ ਜਿਹੜਾ ਬੇਗਮਪੁਰਾ ਹੈਗਾ ਇਹਦੀ ਜਿਹੜੀ ਰੋਸ਼ਨੀ ਹੈ ਇਹ ਸਮੁੱਚੇ ਸੰਸਾਰ ਦੇ ਵਿੱਚ ਹਰ ਮਨੁੱਖ ਦੇ ਲਈ ਸਹਾਈ ਹੈ ਜੀ। ਹੁਣ ਬੇਗਮਪੁਰਾ ਪੂਰਾ ਜਿਹੜਾ ਉਹਨਾਂ ਦਾ ਸੰਕਲਪ ਹੈਗਾ, ਸ਼ਬਦ ਹੈ, ਇਹਦੀਆਂ 14 ਲਾਈਨਾਂ ਆ ਜੀ। ਇਹ 14 ਜਿਹੜੀਆਂ ਲਾਈਨਾਂ ਦੇ ਵਿੱਚ ਇਹ ਪੂਰਾ ਸ਼ਬਦ ਸਮੇਟਿਆ ਹੋਇਆ ਹੈਗਾ। ਇਹ 14 ਲਾਈਨਾਂ ਹੈਗਾ ਜੀ। ਔਰ ਇਹਦੇ 7 ਜਿਹੜੇ ਦੋਹੇ ਬਣਦੇ ਹੈਗੇ ਆ ਜੀ। ਇਹਦੇ ਜਿਹੜੇ 7 ਦੋਹੇ ਬਣਦੇ ਹੈਗੇ। ਠੀਕ ਹੈ ਜੀ। ਪਹਿਲਾ ਦੋਹਾ ਜਿਹੜਾ ਇਹ ਸੰਕਲਪ ਦੀ ਪਰਿਭਾਸ਼ਾ ਹੈਗੀ ਹੈ। ਬੇਗਮਪੁਰ ਸ਼ਹਿਰ ਕੇ ਨਾਮ ਜੀ। ਦੁੱਖ ਹੁੰਦੋ ਨਹੀਂ ਤਿਸਠਾਉ ਜੀ। ਹੁਣ ਇਹ ਜਿਹੜਾ ਪਹਿਲਾ ਉਹਨਾਂ ਦਾ ਸੰਕਲਪ ਬੇਗਮਪੁਰੇ ਦਾ ਹੈਗਾ ਉਹ ਇਹੋ ਜਿਹੀ ਰਾਜ ਤੇ ਸਮਾਜ ਦੀ ਵਿਵਸਥਾ ਦੀ ਗੱਲ ਕਰਦਾ ਹੈਗਾ ਜਿਹਦੇ ਵਿੱਚ ਕਿਸੇ ਨੂੰ ਵੀ ਕੋਈ ਦੁੱਖ ਨਾ ਹੋਵੇ, ਚਿੰਤਾ ਨਾ ਹੋਵੇ, ਫਿਕਰ ਨਾ ਹੋਵੇ, ਕੋਈ ਕਿਸੇ ਤਰ੍ਹਾਂ ਦਾ ਉੱਤੇ ਜ਼ੁਲਮ ਨਾ ਹੋਵੇ, ਬੇਇਨਸਾਫੀ ਨਾ ਹੋਵੇ। ਇਹ ਸਾਰੀ ਪਹਿਲੇ ਦੋਹੇ ਦੇ ਵਿੱਚ ਹੀ ਪਰਿਭਾਸ਼ਾ ਜਿਹੜੀ ਆਉਂਦੀ ਹੈਗੀ ਆ। ਉਸ ਤੋਂ ਅੱਗੇ ਜਿਹੜੇ 6 ਦੋਹੇ ਹੈਗੇ ਆ ਤੇ ਨਾ ਤਸਵੀਜ਼ ਖਰਾਸ ਨਾ ਮਾਲ ਖੌਫ ਖਤਾ ਨਾ ਤਰਸ ਜਵਾਲ। ਇਹ ਜਿਹੜਾ ਦੋਹਾ ਆ ਵੈਲਫੇਅਰ ਸਟੇਟ ਦਾ ਪ੍ਰਤੀਕ ਹੈ। ਵੈਲਫੇਅਰ ਸਟੇਟ ਗੁੜਾ ਜੀ ਜਿਹੜੀ ਹੁੰਦੀ ਹੈ ਉਹ ਵੈਲਫੇਅਰ ਸਟੇਟ ਦੇ ਵਿੱਚ ਜਿਹੜਾ ਮਨੁੱਖ ਆ ਉਹਦੀ ਰੋਟੀ, ਉਹਦਾ ਕੱਪੜਾ, ਉਹਦਾ ਮਕਾਨ, ਉਹਦੀ ਸਿੱਖਿਆ, ਉਹਦੀ ਸਿਹਤ ਤੇ ਉਹਦੀ ਜੌਬ, ਇਹ 6 ਜਿਹੜੀਆਂ ਮਨੁੱਖ ਦੀਆਂ ਲੋੜਾਂ ਹੈਗੀਆਂ ਇਹ ਵੈਲਫੇਅਰ ਸਟੇਟ ਦੇ ਦਾ ਧਰਮ ਹੁੰਦਾ ਹੈਗਾ। ਵੈਲਫੇਅਰ ਸਟੇਟ ਦਾ ਮਨੁੱਖ ਨੂੰ, ਸਮਾਜ ਨੂੰ ਦੇਣਾ ਕਰਤੱਵ ਹੁੰਦਾ ਹੈਗਾ। ਮੈਂ ਨਿਰਮਲ ਗੁੜਾ ਜੀ ਕੋਈ 25 ਕੰਟਰੀਆਂ ਦੇ ਵਿੱਚ ਮੈਨੂੰ ਆਪਣੇ ਸਮਾਜ ਦੇ ਲੋਕਾਂ ਨੇ ਬੁਲਾਇਆ ਜੀ, ਸਾਡੇ ਨਾਲ ਵਿਚਾਰ ਸਾਂਝੇ ਕੀਤੇ ਔਰ ਭਾਰਤ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਵਿੱਚ ਬੇਗਮਪੁਰਾ ਜਿਹੜਾ ਵਸਿਆ ਹੋਇਆ ਹੈਗਾ। ਉੱਥੇ ਜਿਹੜੀਆਂ ਸਰਕਾਰਾਂ, ਚਾਹੇ ਉਹ ਇੰਗਲੈਂਡ ਹੈ, ਚਾਹੇ ਉਹ ਅਮਰੀਕਾ ਆ, ਚਾਹੇ ਕੈਨੇਡਾ ਹੈਗਾ, ਚਾਹੇ ਇਟਲੀ ਹੈ, ਚਾਹੇ ਫਰਾਂਸ ਹੈ, ਕੋਈ ਵੀ ਆ, ਉੱਥੇ ਜਿਹੜਾ ਵੈਲਫੇਅਰ ਸਟੇਟ ਜਿਹੜੀ ਬੇਗਮਪੁਰਾ ਵਸਿਆ ਹੋਇਆ ਹੈਗਾ ਉੱਥੇ ਜਿਹੜੀਆਂ ਮਨੁੱਖ ਦੀਆਂ 6 ਲੋੜਾਂ ਹੈਗੀਆਂ ਆ, ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ, ਜੌਬ, ਇਹ ਉੱਥੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ। ਔਰ ਉੱਥੇ ਜਦੋਂ ਬੱਚਾ ਅਜੇ ਪੇਟ 'ਚ ਹੀ ਹੁੰਦਾ ਹੈਗਾ ਸਰਕਾਰ ਉਦੋਂ ਹੀ ਉਹਦੇ ਖਾਣੇ ਦਾ ਪ੍ਰਬੰਧ ਉਹਦੀ ਮਾਂ ਨੂੰ ਕਰ ਦਿੰਦੀ ਹੈਗੀ ਆ ਤੇ ਨੌਕਰੀ ਦੇਣਾ ਵੀ ਸਰਕਾਰਾਂ ਦੀ ਆ। ਜਾਣੀ ਉੱਥੇ ਪੂਰਾ ਬੇਗਮਪੁਰਾ ਵਸਿਆ ਹੋਇਆ ਜੀ 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 ਜੀ। ਔਰ ਫਿਰ ਆ ਜਿਹੜਾ ਅਗਲਾ ਜਿਹੜਾ ਹੈਗਾ ਤੇ ਅਬ ਮੋਹੇ ਖੂਬ ਵਤਨ ਗਏ ਪਾਈ ਉਰਾ ਖੈਰ ਸਦਾ ਮੇਰੇ ਪਾਈ। ਹੁਣ ਇਹ ਜਿਹੜੀਆਂ ਅਗਲੀਆਂ ਉਹਨਾਂ ਦੀਆਂ ਸਾਰੀਆਂ ਹੈਗੀਆਂ ਉਹ ਸਮਾਨਤਾ, ਆਜ਼ਾਦੀ, ਸਮਾਨਤਾ, ਭਾਈਚਾਰਾ ਤੇ ਨਿਆਂ ਨੂੰ ਚਾਰੇ ਜਗਲੇ ਜਿਹੜੇ ਦੋਹੇ ਆ ਜੀ
ਉਹ ਸੰਬੋਧਿਤ ਹੈਗੇ ਆ। ਹੁਣ ਗੁਰੂ ਮਹਾਰਾਜ ਕਹਿੰਦੇ ਬਈ ਇਹੋ ਜਿਹਾ ਮੈਂ ਰਾਜ ਬੇਗਮਪੁਰਾ ਸਮਾਜ ਸਥਾਪਿਤ ਕਰਨਾ ਚਾਹੁੰਦਾ ਹੈਗਾ ਜਿਹਦੇ ਵਿੱਚ ਮਨੁੱਖ ਨੂੰ ਪੂਰੀ ਆਜ਼ਾਦੀ ਹੋਵੇ। ਆਜ਼ਾਦੀ ਸਿਰਫ ਇੱਦਾਂ ਹੀ ਨਹੀਂ ਹੈ ਬਈ ਉਹ ਜੋ ਬੋਲਣਾ ਚਾਹੇ ਬੋਲ ਦੇਵੇ, ਉਹਨੂੰ ਹਰ ਜਗ੍ਹਾ ਘੁੰਮਣ ਦੀ ਵੀ ਆਜ਼ਾਦੀ ਹੋਵੇ, ਉਹਨੂੰ ਕੋਈ ਰੋਕ ਨਾ ਹੋਵੇ, ਉਹਦੇ 'ਤੇ ਕੋਈ ਕਿਸੇ ਤਰ੍ਹਾਂ ਦੀ ਬੰਦਸ਼ ਨਾ ਹੋਵੇ। ਉਹ ਜਿੱਥੇ ਵੀ ਜਾਣਾ ਚਾਹੇ, ਜਿੱਦਾਂ ਦਾ ਖਾਣਾ ਚਾਹੇ, ਜਿੱਦਾਂ ਦਾ ਪਹਿਨਣਾ ਚਾਹੇ, ਉਹ ਹੋਣਾ ਚਾਹੀਦਾ ਹੈਗਾ। ਜਿੱਦਾਂ ਹੁਣ ਅੱਜ ਸਾਡੀ ਮੌਜੂਦਾ ਜਿਹੜੀ ਹੈਗੀ ਆ ਇੱਥੇ ਦੇਸ਼ ਦੀ ਸਰਕਾਰ, ਹਾਂਜੀ, ਉਹ ਤਾਂ ਇਹ ਖਾਣ 'ਤੇ ਵੀ ਪਾਬੰਦੀ, ਮਰਜ਼ੀ ਦਾ ਨਹੀਂ ਤੁਸੀਂ ਖਾ ਸਕਦੇ, ਮਰਜ਼ੀ ਦਾ ਪਹਿਨ ਨਹੀਂ ਸਕਦੇ, ਮਰਜ਼ੀ ਦੀ ਗੱਲ ਨਹੀਂ ਕਰ ਸਕਦੇ। ਹੁਣ ਤੁਸੀਂ ਇਹ ਸਾਰੀਆਂ ਜਿਹੜੀਆਂ ਇੱਥੇ ਬੇਗਮਪੁਰਾ ਨੂੰ ਰੋਕਣ ਦੀਆਂ ਸਾਰੀਆਂ ਇਹ ਸਾਜ਼ਿਸ਼ਾਂ ਹੋ ਰਹੀਆਂ ਹੈਗੀਆਂ। ਹੁਣ ਇਹ ਜਿਹੜੀ ਆਜ਼ਾਦੀ ਹੈ ਇਹ ਸਮਾਜਿਕ ਵੀ ਹੋਣੀ ਚਾਹੀਦੀ ਹੈ, ਧਾਰਮਿਕ ਵੀ, ਜਾਣੀ ਸਮਾਨਤਾ ਸਮਾਜ 'ਚ ਹੀ ਹੋਵੇ। ਸਮਾਜ 'ਚ ਜਿਹੜੀ ਸਮਾਨਤਾ ਗੁਰੂ ਮਹਾਰਾਜ ਕਹਿੰਦੇ ਉਹ ਤਦ ਹੀ ਆ ਵੀ ਜਿਹੜਾ ਸਮਾਜ ਹੈ ਉਹਦੇ 'ਚ ਜਾਤੀ ਵਿਹੀਨ ਹੋਵੇ। ਜਿੱਦਾਂ ਉਹਨਾਂ ਨੇ ਕੇਲੇ ਦੀ ਉਦਾਹਰਨ ਦਿੱਤੀ ਵੀ ਇਹ ਸਾਡਾ ਸਮਾਜ ਤਾਂ ਇੱਕ ਕੇਲੇ ਵਾਂਗ ਹੈ, ਇੱਧਰੋਂ ਗੱਲ ਕਰੋ, ਇੱਧਰੋਂ ਉਹਦਾ ਇੱਕ ਲਾਓ ਤਾਂ ਨਵਾਂ ਨਿਕਲਦਾ, ਇੱਧਰੋਂ ਨਿਕਲਦਾ। ਇੱਥੇ ਤਾਂ ਜਾਤ ਪਾਤ ਦਾ ਇੰਨਾ ਖਲਾਰਾ ਹੈਗਾ। ਉਹ ਕਹਿੰਦੇ ਜਾਤ ਵੀ ਨਹੀਂ ਹੋਣੀ ਚਾਹੀਦੀ ਤੇ ਅਮੀਰੀ ਗਰੀਬੀ ਵੀ ਨਹੀਂ ਹੋਣੀ ਚਾਹੀਦੀ, ਪਾੜਾ ਹੀ ਨਹੀਂ ਹੋਣਾ ਚਾਹੀਦਾ। ਹਾਂ, ਇਹ ਪਾੜਾ ਵੀ ਜਿਹੜਾ ਨਹੀਂ ਹੋਣਾ ਚਾਹੀਦਾ ਹੈਗਾ। ਇਸ ਕਰਕੇ ਉਹਨੇ ਕਿਹਾ ਵੀ ਆਜ਼ਾਦੀ ਤੇ ਹਰ ਤਰ੍ਹਾਂ ਦੀ ਜਿਹੜੀ ਸਮਾਨਤਾ, ਕਿਉਂਕਿ ਜੇ ਕਹਿੰਦੇ ਸਮਾਨਤਾ ਨਹੀਂ ਹੈਗੀ, ਇੱਕ ਬੰਦਾ ਤਕੜਾ ਹੈਗਾ, ਇੱਕ ਮਾੜਾ ਹੈਗਾ ਹੈ, ਤਾਂ ਤਕੜਾ ਬੰਦਾ ਮਾੜੇ ਨੂੰ ਆਪਣੀ ਆਜ਼ਾਦੀ ਮੰਨਣ ਹੀ ਨਹੀਂ ਦਿੰਦਾ ਹੈਗਾ। ਤੇ ਇਸ ਲਈ ਜੇ ਸਮਾਨਤਾ ਨਹੀਂ, ਉਹ ਕਹਿੰਦੇ ਤਾਂ ਆਜ਼ਾਦੀ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਹੈਗਾ ਹੈ। ਤੇ ਫਿਰ ਜਿਹੜੀ ਆਜ਼ਾਦੀ ਆ ਬਈ ਉਹ ਭਾਈਚਾਰੇ ਤੋਂ ਬਿਨਾਂ ਨਹੀਂ ਹੋ ਸਕਦੀ। ਜੀ ਜੀ। ਤੇ ਸਮਾਨਤਾ ਵੀ ਭਾਈਚਾਰੇ ਤੋਂ ਬਿਨਾਂ ਨਹੀਂ ਹੋ ਸਕਦੀ, ਕਿਉਂਕਿ ਜੇ ਜਿਹੜੇ ਸਮਾਨ ਬੰਦੇ ਉਹਨਾਂ 'ਚ ਹੀ ਭਾਈਚਾਰਾ ਬਣਦਾ ਹੈਗਾ। ਜਿਹੜੇ ਇੱਕ ਸਮਾਨ ਹੈਗੇ ਆ, ਇੱਕ ਤਰ੍ਹਾਂ ਦੇ ਲੋਕ ਹੈਗੇ, ਉਹਨਾਂ 'ਚ ਹੀ ਭਾਈਚਾਰਾ ਹੈਗਾ ਜੀ। ਤੇ ਇਸ ਲਈ ਸਮਾਨਤਾ ਜਿਹੜੀ ਜ਼ਰੂਰੀ ਹੈਗੀ ਹੈ। ਉਹਨਾਂ ਨੇ ਜਿਹੜੀ ਗੱਲ ਕੀਤੀ ਆ ਵੀ ਐਸਾ ਚਾਹੂੰ ਰਾਜ ਮੈਂ ਜੀ, ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਬਸੇ, ਰਵਿਦਾਸ ਰਹੇ ਪ੍ਰਸੰਨ। ਬਿਲਕੁਲ, ਇਹ ਵੀ ਬੇਗਮਪੁਰੇ ਦੇ ਵਿੱਚੋਂ ਹੀ ਹੈ ਦੀ ਗੱਲ ਹੈਗੀ ਹੈ। ਤੇ ਇਸ ਕਰਕੇ ਉਹ ਕਹਿੰਦੇ ਬਈ ਆਜ਼ਾਦੀ ਸਮਾਨਤਾ ਤੋਂ ਬਿਨਾਂ ਭਾਈਚਾਰਾ ਨਹੀਂ ਬਣ ਸਕਦਾ ਹੈ। ਤੇ ਜੇ ਭਾਈਚਾਰਾ ਨਹੀਂ ਉਹ ਕਹਿੰਦੇ ਹੈਗੇ ਆਪਸ ਵਿੱਚ, ਤਾਂ ਨਿਆਂ ਨਹੀਂ ਹੋ ਸਕਦਾ ਹੈਗਾ ਜੀ। ਨਹੀਂ ਤਾਂ ਜਿਹੜੇ ਅਮੀਰ ਆ ਉਹ ਗਰੀਬਾਂ ਨੂੰ ਦਬਾਉਂਦੇ ਰਹਿਣਗੇ, ਲੈਂਡਲੋਰਡ ਜਿਹੜੇ ਆ ਉਹ ਮਜ਼ਾਰਿਆਂ ਨੂੰ ਦਬਾਉਂਦੇ ਰਹਿਣਗੇ, ਜਿਹੜੇ ਮਾਲਕ ਆ ਉਹ ਮਜ਼ਦੂਰਾਂ ਨੂੰ ਦਬਾਉਂਦੇ ਰਹਿਣਗੇ, ਤੇ ਉੱਚੇ ਜਿਹੜੇ ਨੀਵਿਆਂ ਨੂੰ ਦਬਾਉਂਦੇ ਰਹਿਣਗੇ। ਇਸ ਕਰਕੇ ਜਦ ਦਬਾਉਣਾ ਹੈਗਾ ਤਾਂ ਫਿਰ ਆਜ਼ਾਦੀ ਕਿੱਥੇ ਹੈਗੀ ਹੈ। ਤੇ ਇਸ ਲਈ ਆਜ਼ਾਦੀ ਸਮਾਨਤਾ ਹੋਏਗੀ ਤਾਂ ਭਾਈਚਾਰਾ ਬਣੇਗਾ। ਤੇ ਜਦੋਂ ਸਮਾਜ ਦੇ ਵਿੱਚ ਆਜ਼ਾਦੀ ਸਮਾਨਤਾ ਤੇ ਭਾਈਚਾਰਾ ਹੋਊਗਾ ਤਾਂ ਫਿਰ ਨਿਆਂ ਹੋਊਗਾ, ਨਿਆਂ। ਤੇ ਜਦੋਂ ਬੇਗਮਪੁਰੇ ਦਾ ਜਿਹੜਾ ਸੰਕਲਪ ਉਹ ਹੀ ਆ ਬਈ ਦੁੱਖ ਹੁੰਦੋ ਨਹੀਂ ਤਿਸਠਾਂ, ਤੇ ਜਦ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਕਿਸੇ ਦੀ ਰਹਿਣੀ ਨਹੀਂ ਹੈਗੀ, ਸਾਰੀਆਂ ਸਮੱਸਿਆਵਾਂ ਜਿਹੜੀਆਂ ਬੇਗਮਪੁਰੇ ਦੇ ਵਿੱਚ ਹੱਲ ਹੋ ਜਾਣੀਆਂ ਹੈਗੀਆਂ, ਤਾਂ ਲੋਕਾਂ ਨੂੰ ਜਿਹੜਾ ਨਿਆਂ ਮਿਲੇਗਾ। ਤੇ ਇਸ ਕਰਕੇ ਇਹ ਜਿਹੜਾ ਗੁਰੂ ਰਵਿਦਾਸ ਜੀ ਦਾ ਪੂਰਾ ਬੇਗਮਪੁਰੇ ਦਾ ਜਿਹੜਾ ਆਜ਼ਾਦੀ ਸਮਾਨਤਾ ਭਾਈਚਾਰਾ ਤੇ ਨਿਆਂ ਦਾ ਸਿਧਾਂਤ ਹੈਗਾ ਆ, ਇਹਨੂੰ ਵਿਦੇਸ਼ਾਂ 'ਚ ਵਸਿਆ ਆ। ਪਰ ਇੱਥੇ ਬੜੇ ਦੁੱਖ ਨਾਲ ਤੁਹਾਨੂੰ ਗੱਲ ਇਹ ਦੱਸਣੀ ਪੈ ਰਹੀ ਹੈ ਗੁੜਾ ਜੀ, ਸਾਡੇ ਜਿਹੜੇ ਲੋਕ ਆ, ਚਾਹੇ ਉਹ ਪ੍ਰਚਾਰਕ ਹੈਗੇ ਆ, ਚਾਹੇ ਉਹ ਗਾਇਕ ਹੈਗੇ ਆ, ਜਾਂ ਥੋੜ੍ਹੇ ਬਹੁਤੇ ਪੜ੍ਹੇ ਲਿਖੇ ਹੈਗੇ ਆ, ਉਹਨੇ ਬੇਗਮਪੁਰੇ ਨੂੰ ਮਨੋਰੰਜਨ ਦਾ ਸਾਧਨ ਬਣਾ ਲਿਆ। ਕੁਛ ਨੇ ਰੁਜ਼ਗਾਰ ਦਾ ਸਾਧਨ ਬਣਾ ਲਿਆ, ਕੁਛ ਨੇ ਮਨੋਰੰਜਨ ਦਾ ਸਾਧਨ ਬਣਾ ਲਿਆ। ਸਾਲ ਬਾਅਦ ਅਸੀਂ ਗੁਰੂ ਦੇ ਜਨਮ ਦਿਨ 'ਤੇ ਬੇਗਮਪੁਰਾ ਵਸਾਉਣਾ ਹੈ, ਡੀਜੇ ਦੇ ਉੱਤੇ ਭੰਗੜੇ ਪਾ ਕੇ ਨੱਚ ਟੱਪ ਕੇ ਚਲੇ ਜਾਂਦੇ ਹੈਗੇ ਆ। ਕਦੇ ਕੋਈ ਮੁੜ ਕੇ ਉਹਦੀ ਸਮਾਨਤਾ ਲਿਆਉਣ ਲਈ, ਗਰੀਬੀ ਅਮੀਰੀ ਨੂੰ ਮਿਟਾਉਣ ਲਈ, ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਅਸੀਂ ਫੇਰ ਸੁੱਤੇ ਰਹਿੰਦੇ ਹਾਂ, ਕੁਛ ਨਹੀਂ ਕਰਦੇ ਹੈਗੇ। ਤੇ ਇਸ ਲਈ ਇਹ ਜਿਹੜਾ ਬੇਗਮਪੁਰਾ ਇਹ ਕੋਈ ਮਨੋਰੰਜਨ ਦਾ ਸਾਧਨ ਨਹੀਂ ਹੈਗਾ, ਇਹ ਮਨੁੱਖ ਦੇ ਸੁਖੀ ਜਿਉਣ ਦਾ ਇੱਕ
ਰਸਤਾ ਹੈਗਾ ਆ। ਇਸ ਰਸਤੇ ਦੇ ਉੱਤੇ ਲੈ ਕੇ ਜਾਣਾ ਜਿਹੜਾ ਸਾਡੇ ਜਿਹੜੇ ਪ੍ਰਚਾਰਕ ਹੈਗੇ ਆ, ਸਾਡੇ ਮਹਾਂਪੁਰਖ ਜਿਹੜੇ ਹੈਗੇ ਆ, ਸਾਡੇ ਬੁੱਧੀਜੀਵੀ ਹੈਗੇ ਜਿਹੜੇ, ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਉਹ ਬੇਗਮਪੁਰਾ ਨੂੰ ਅਸਲੀ ਅਰਥਾਂ ਦੇ ਵਿੱਚ ਵਸਾਉਣ ਲਈ ਸੰਘਰਸ਼ ਵੀ ਕਰਨ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਸੰਘਰਸ਼ ਕਰਨ ਦੀ ਲੋੜ ਹੈ, ਜਿਵੇਂ ਸਾਡੇ ਮਹਾਨ ਪੁਰਸ਼ਾਂ ਨੇ ਸੰਘਰਸ਼ ਕੀਤਾ ਹੈ। ਅੱਜ ਵੀ ਸਮਾਂ ਮੰਗ ਕਰਦਾ ਕਿ ਬੇਗਮਪੁਰੇ ਦੇ ਫਲਸਫੇ ਨੂੰ ਅਸਲ ਜਾਣਨ ਦੀ ਲੋੜ ਹੈ, ਪੜ੍ਹਨ ਦੀ ਲੋੜ ਹੈ, ਉਹਦੇ 'ਤੇ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਬਿਰਦੀ ਸਾਹਿਬ, ਇਹ ਦੱਸੋ ਵੀ ਮਹਾਨ ਪੁਰਸ਼ਾਂ ਨੇ ਗਿਆਨ ਦਾ ਸਾਨੂੰ ਭੰਡਾਰ ਦਿੱਤਾ ਹੈ, ਫਲਸਫਾ ਦਿੱਤਾ ਹੈ, ਬੇਗਮਪੁਰਾ ਵਸੇਗਾ ਕਿਵੇਂ, ਉਹ ਦੱਸੋ ਹੁਣ। ਬੇਗਮਪੁਰਾ ਜਿਹੜਾ ਨਾ, ਜਿੰਨਾ ਚਿਰ ਪਹਿਲਾਂ ਤਾਂ ਦੇਖੋ ਅਸੀਂ ਜੇ ਉਹਨੂੰ ਸਮਝਦੇ ਹੀ ਨਹੀਂ ਕੀ ਆ, ਸਮਝਦੇ ਨਹੀਂ, ਜੇ ਅਸੀਂ ਆਪਣੇ ਨਿੱਜੀ ਸਵਾਰਥਾਂ ਲਈ ਉਹਦੇ ਜਿਹੜੇ ਵਿੱਚ ਹੈਗੇ ਆ ਸਾਰੇ ਦਿੱਤੇ ਹੋਏ ਜੀ ਸਿਧਾਂਤ, ਜੀ ਜੀ ਜੀ, ਉਹਨਾਂ ਨੂੰ ਅਸੀਂ ਵਿਗਾੜ ਕੇ ਹੀ ਪੇਸ਼ ਕਰੀ ਜਾਣਾ ਹੈਗਾ, ਤਾਂ ਇਹ ਤਾਂ ਬੇਗਮਪੁਰਾ ਨੂੰ ਰੋਕਣ ਵਾਲੀਆਂ ਗੱਲਾਂ ਹੈਗੀਆਂ। ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਜਿਹੜਾ ਲਾਸਟ ਦੋਹਾ ਹੈ ਨਾ, ਜੀ ਜੀ, ਗੁਰੂ ਰਵਿਦਾਸ ਜੀ ਦਾ ਬੇਗਮਪੁਰੇ ਦਾ, ਜੀ ਜੀ, ਉਹ ਲਾਸਟ ਦੋਹਾ ਇਹ ਹੈ, ਕਹਿ ਰਵਿਦਾਸ ਖਲਾਸ ਚੌ ਮਾਰਾ, ਕਹਿ ਰਵਿਦਾਸ ਖਲਾਸ ਚੌ ਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਮੀਤ ਹਮਾਰਾ। ਕੀ ਬਾਤ ਹੈ ਜੀ ਜੀ। ਹੁਣ ਉਹਨੇ ਮਿੱਤਰ ਤੇ ਦੁਸ਼ਮਣ ਦੀ ਵੀ ਪਹਿਚਾਣ ਕਰ ਦਿੱਤੀ ਹੈ। ਹੁਣ ਆ ਜਿਹੜੀ ਗੱਲ ਉਹਨਾਂ ਦੀ ਖਲਾਸ ਚੌ ਮਾਰਾ ਜੀ, ਚੌ ਮਾਰਾ ਦਾ ਉਹਨਾਂ ਦਾ ਇਹ ਹੈਗਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਬਾਰ-ਬਾਰ ਜਿਹੜਾ ਲੋਕਾਂ ਨੂੰ ਸੰਗਠਿਤ ਕਰਕੇ ਅੰਦੋਲਨ ਕਰਦੇ ਹੈਗੇ ਆ, ਵੀ ਤੁਸੀਂ ਚਾਹੁੰਦੇ ਕੀ ਆ? ਅੱਛਾ, ਤਾਂ ਗੁਰੂ ਮਹਾਰਾਜ ਕਹਿੰਦੇ ਵੀ ਆ ਜਿਹੜਾ ਮਨੁੱਖ ਆ ਉਹ ਮਨੁੱਖ ਪੈਦਾ ਹੁੰਦਾ ਹੈ, ਜਿਹੜਾ ਮਨੁੱਖ ਆ ਉਹ ਮਨੁੱਖ ਪੈਦਾ ਹੁੰਦਾ। ਤੁਸੀਂ ਨਵ ਜੰਮੇ, ਤੁਸੀਂ 4 ਬੱਚੇ ਲਿਆ ਕੇ ਇੱਥੇ ਰੱਖ ਲਓ, ਹਾਂਜੀ, ਕੋਈ ਨਹੀਂ ਦੱਸ ਸਕਦਾ ਇਹਨਾਂ ਚੋਂ ਕਿਹੜਾ ਬ੍ਰਾਹਮਣ ਆ, ਕਿਹੜਾ ਕਸ਼ਤਰੀ ਆ, ਕਿਹੜਾ ਛੂਤ ਆ, ਕੁਛ ਨਹੀਂ ਹੈਗਾ। ਬਿਲਕੁਲ ਇਸੇ ਤਰ੍ਹਾਂ ਉਹ ਕਹਿੰਦੇ ਵੀ ਪਹਿਲਾਂ ਇਹ ਜਿਹੜਾ ਸਮਾਜ ਸੀ ਸਾਡਾ, ਇਹ ਸਮਾਜ ਦੇ ਵਿੱਚ ਜਿਹੜਾ ਮਨੁੱਖ ਪੈਦਾ ਹੁੰਦਾ ਸੀ, ਪਰ ਇਹ ਜਿਹੜੇ ਮਨੂਵਾਦੀ ਲੋਕ ਹੈਗੇ ਆ, ਇਹਨਾਂ ਨੇ ਆ ਕੇ ਇਸ ਸਮਾਜ ਨੂੰ 4 ਵਰਨਾਂ 'ਚ ਵੰਡ ਦਿੱਤਾ ਹੈ। ਮਨੁੱਖ ਨੂੰ 4 ਵਰਨਾਂ 'ਚ ਵੰਡ ਦਿੱਤਾ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਹੈ, ਜਦ ਕਿ ਉਹ ਕਹਿੰਦੇ ਮਨੁੱਖ ਹੀ ਹੈ। ਤੇ ਇਸ ਲਈ ਉਹ ਕਹਿੰਦਾ ਇਹ ਜਿਹੜੇ ਸਮਾਜ ਨੂੰ ਖਿਲਾਰ ਦਿੱਤਾ, ਇਹਨੂੰ ਅੱਗੇ ਇਦਾਂ ਵੀ ਦੇਖਿਆ ਜਾਂਦਾ ਵੀ ਜਦੋਂ ਮਨੁੱਖ ਸੀ ਤਾਂ ਉਦੋਂ ਸੁਨਹਿਰੀ ਸਮਾਜ ਸੀ ਇਹ। ਜਦੋਂ ਇਹਨੂੰ ਲਿਆ ਆ ਕੇ ਆਰੀਆਂ ਨੇ ਆਰੀਆ ਤੇ ਅਨਾਰੀਆ 'ਚ ਵੰਡ ਦਿੱਤਾ, ਤਾਂ ਇਹ ਸੁਨਹਿਰੀ ਸਮਾਜ ਦੀ ਜਿਹੜੀ ਇੰਪੋਰਟੈਂਸ ਹੈ ਉਹ ਚਾਂਦੀ ਦੇ ਬਰਾਬਰ ਆ ਗਈ ਜੀ। ਫਿਰ ਜਿਹੜਾ ਉਹਨਾਂ ਨੇ ਇਸ ਨੂੰ ਅੱਗੇ ਜਦੋਂ ਆ ਕੇ ਵੰਡ ਦਿੱਤਾ 4 ਵਰਨਾਂ ਦੇ ਵਿੱਚ, ਤੇ ਫਿਰ ਜਿਹੜੀ ਉਹਦੀ ਹਾਲਤ ਜਿਹੜੀ ਆ ਉਹ ਤਾਂਬੇ ਵਾਲੀ ਆ ਗਈ, ਬਿਲਕੁਲ ਹੋਰ ਕਮਜ਼ੋਰ। ਤੇ ਜਿਹੜੀ ਮਨੂ ਨੇ ਆ ਕੇ ਜਦੋਂ ਇਹਨੂੰ ਹਜ਼ਾਰਾਂ ਹੀ ਜਾਤਾਂ 'ਚ ਵੰਡ ਦਿੱਤਾ ਹੈਗਾ, ਤਾਂ ਇਹਦੀ ਜਿਹੜੀ ਹਾਲਤ ਹੈ, ਜਿਹੜਾ ਸ਼ੂਦਰ ਆ, ਉਹ ਇੱਕ ਸੂਤ ਵਾਂਗ ਟੁੱਟਾ ਹੋਇਆ ਸਮਾਜ ਹੈਗਾ ਆ। ਤੇ ਇਸ ਲਈ ਇਹ ਜਿਹੜੇ 4 ਹੀ ਸਮਾਜ ਦੇ ਵਿੱਚ ਮਨੁੱਖ ਨੂੰ ਵੰਡਿਆ ਗਿਆ ਹੈਗਾ, ਚੌ ਮਾਰਾ, ਇਹ 4 ਹੀ ਜਿਹੜੇ ਵਰਨਾਂ ਨੂੰ ਖਤਮ ਕਰਕੇ ਮੈਂ ਮੁੜ ਕੇ ਜਿਹੜਾ ਮਨੁੱਖਤਾ ਜਿਹੜਾ ਬਹਾਲ ਕਰਨਾ ਚਾਹੁੰਦਾ ਹੈਗਾ। ਤੇ ਇਹ ਮੇਰਾ ਜਿਹੜਾ ਬੇਗਮਪੁਰਾ ਹੈ, ਉਹਦੇ ਵਿੱਚ ਇਹ ਸਾਰੇ ਜਿਹੜੇ 4 ਨਹੀਂ ਹੋਣਗੇ, ਚੌ ਮਾਰਾ ਮੈਂ ਉਹਨੂੰ ਖਤਮ ਕਰਾਂਗਾ। ਤੇ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਜਿਹੜਾ ਵੀ ਮਨੁੱਖ ਇਹ ਸਮਾਨਤਾ ਚਾਹੁੰਦਾ ਹੈਗਾ, ਇਹ ਵਰਨ ਵਿਵਸਥਾ ਨੂੰ ਖਤਮ ਕਰਨਾ ਚਾਹੁੰਦਾ ਹੈਗਾ, ਉਹ ਸਾਡੇ ਮਿੱਤਰ ਹੈਗੇ ਆ। ਤੇ ਜਿਹੜੇ ਇਸ ਵਿਵਸਥਾ ਨੂੰ ਕਾਇਮ ਰੱਖਣਾ ਚਾਹੁੰਦੇ ਆ, ਜਾਤੀਵਾਦ ਨੂੰ, ਵਰਨ ਸਿਸਟਮ ਨੂੰ, ਉਹ ਸਾਡੇ ਮਿੱਤਰ ਨਹੀਂ ਹੈਗੇ, ਉਹ ਸਾਡੇ ਮਿੱਤਰ ਨਹੀਂ ਹੈਗੇ। ਕੀ ਬਾਤ ਹੈ ਜੀ, ਬਹੁਤ ਹੀ ਬਰੀਕੀ ਦੇ ਨਾਲ ਜਾਣਕਾਰੀ ਦਿੱਤੀ ਹੈ ਬੇਗਮਪੁਰਾ ਫਲਸਫੇ ਦੇ ਉੱਤੇ, ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸਿਧਾਂਤ ਸੀ, ਸੰਕਲਪ ਸੀ। ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਕੋਸ਼ਿਸ਼ ਕਰਦੇ ਰਹਾਂਗੇ ਕਿ ਗੁਰੂ ਮਹਾਰਾਜ ਜੀ ਦਾ ਜੋ ਸਿਧਾਂਤ ਹੈ ਉਹਦੇ 'ਤੇ ਚਰਚੇ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਜੀ ਬਿਰਦੀ ਸਾਹਿਬ। ਜੈ ਭੀਮ ਜੀ। ਜੈ ਭੀਮ।